ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ। ਪਾਤਸ਼ਾਹ ਕਹਿੰਦੇ ਜਿਹੜੀ ਮਾਇਆ ਹੈ ਨਾ, ਇਹਦਾ ਆਪਣਤਵ ਜਿਹੜਾ ਹੈ ਮਨ ਨੂੰ ਮੋਹਣ ਵਾਲਾ ਹੈ, ਔਰ ਇਹਦੇ ਦੰਦ ਨਹੀਂ, ਔਰ ਬਿਨਾਂ ਦੰਦਾਂ ਤੋਂ ਇਹ ਸਾਰੇ ਜਗਤ ਨੂੰ ਖਾ ਰਹੀ ਹੈ। ਪਰ ਪਾਤਸ਼ਾਹ ਅੱਗੇ ਜਾ ਕੇ ਕਹਿੰਦੇ ਮਨਮੁਖ ਖਾਧੇ ਜਾ ਰਹੇ ਨੇ, ਗੁਰਮੁਖ ਉਬਰੇ, ਗੁਰਮੁਖ ਬਚ ਜਾਂਦਾ ਹੈ। ਹੁਣ ਥੋੜਾ ਖਿਆਲ ਕਰਿਓ, ਕਾਰ ਵਿਹਾਰ ਕੰਮ ਧੰਦਾ ਮਾਇਆ ਦੇ ਲਈ ਆਪਾਂ ਕਰਦੇ ਹਾਂ, ਪੈਸੇ ਦੇ ਲਈ ਕਰਦੇ ਹਾਂ, ਦੌਲਤ ਦੇ ਲਈ ਕਰਦੇ ਹਾਂ। ਫਿਰ ਕਾਰ ਵਿਹਾਰ ਕੰਮ ਧੰਦਾ ਜੇਕਰ ਪੈਸੇ ਲਈ ਕਰਦੇ ਹਾਂ ਤੇ ਪੈਸਾ ਕਿਉਂ ਕਮਾਉਂਦੇ ਹਾਂ? ਪੈਸਾ ਕਮਾਉਣ ਦਾ ਸਾਡਾ ਮੰਤਵ ਮਨੋਰਥ ਹੈ ਜੀਵਨ ਦੇ ਅੰਦਰ ਸੁੱਖ ਸੁਵਿਧਾਵਾਂ ਨੂੰ ਅਰਜਿਤ ਕਰਨਾ। ਹੁਣ ਸੁੱਖ ਸੁਵਿਧਾਵਾਂ ਅਸੀਂ ਕਿਸ ਦੇ ਲਈ ਅਰਜਿਤ ਕਰਨਾ ਚਾਹੁੰਦੇ ਹਾਂ? ਆਪਣੇ ਲਈ ਕਰਨਾ ਚਾਹੁੰਦੇ ਹਾਂ, ਆਪਣੇ ਪਰਿਵਾਰ ਦੇ ਲਈ ਕਰਨਾ ਚਾਹੁੰਦੇ ਹਾਂ। ਪਰ ਜੇਕਰ ਅੱਜ ਦੇ ਸਮੇਂ ਨੂੰ ਦੇਖੀਏ ਤੇ ਅੱਜ ਦੇ ਸਮੇਂ ਦੇ ਅੰਦਰ ਸਾਡੀ ਦੌੜ ਇੰਨੀ ਤੇਜ਼ ਹੋ ਗਈ ਹੈ ਪਦਾਰਥ ਦੇ ਲਈ, ਧਨ ਦੌਲਤ ਸੰਪਦਾ ਦੇ ਲਈ, ਅਸੀਂ ਆਪਣੇ ਆਪ ਨੂੰ ਭੁਲਾ ਦਿੱਤਾ ਹੈ, ਆਪਣੀ ਸਿਹਤ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਸਾਡਾ ਪਰਿਵਾਰ ਸਾਨੂੰ ਭੁੱਲ ਗਿਆ, ਸਾਡੇ ਰਿਸ਼ਤੇਦਾਰ, ਸਾਡੇ ਸੰਬੰਧ, ਸਾਡੇ ਮਿੱਤਰ ਬਹੁਤ ਪਿੱਛੇ ਰਹਿ ਗਏ। ਐਸੀ ਦੌੜ ਦੌੜ ਰਹੇ ਹਾਂ ਜਿਸ ਦੌੜ ਦੇ ਅੰਦਰ ਨਾ ਸਿਹਤ ਦਾ ਕੋਈ ਮਾਇਨਾ ਰਹਿ ਗਿਆ, ਨਾ ਸੰਬੰਧਾਂ ਦਾ ਕੋਈ ਮਾਇਨਾ ਰਹਿ ਗਿਆ, ਨਾ ਪਰਿਵਾਰ ਦਾ ਕੋਈ ਮਾਇਨਾ ਰਹਿ ਗਿਆ। ਔਰ ਇਸੇ ਕਾਰਨ ਹੀ ਸਾਡੇ ਜੀਵਨ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ। ਇੱਕ ਸੱਜਣ ਦੀ ਸਪੀਚ ਹੈ ਕੇਵਲ 30 ਸੈਕਿੰਡ ਦੀ, ਉਸਦਾ ਨਾਮ ਹੈ ਬ੍ਰਾਇਨ ਡਾਇਸਨ, ਔਰ ਉਹ ਕੋਕਾ ਕੋਲਾ ਦਾ CEO ਰਿਹਾ ਹੈ। ਕੇਵਲ 30 ਸੈਕਿੰਡ ਦੀ ਸਪੀਚ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਹ ਕਹਿੰਦਾ ਕਿ ਮੈਂ 40 ਸਾਲ ਦਾ ਤਜਰਬਾ, 40 ਸਾਲਾਂ 'ਚ ਮੈਂ ਕੀ ਸਿੱਖਿਆ ਉਹ ਤੁਹਾਨੂੰ ਇਹਨਾਂ 30 ਸੈਕਿੰਡਾਂ ਦੇ ਅੰਦਰ ਦੱਸਦਾ। ਕਹਿੰਦਾ 40 ਸਾਲਾਂ ਦੇ ਅੰਦਰ ਮੈਂ 3 ਗੱਲਾਂ ਜਿਹੜੀਆਂ ਨੇ ਉਹ ਸਿੱਖੀਆਂ ਨੇ। ਪਹਿਲੀ ਗੱਲ ਕਹਿੰਦਾ ਕਿ ਮੈਂ ਸਿੱਖੀ ਹੈ ਕਿ ਕੰਮ ਸਮੇਂ ਸਿਰ ਕਰੋ। ਦੂਜੀ ਗੱਲ ਸਿੱਖੀ ਹੈ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਪੂਰਨੀ ਇਮਾਨਦਾਰੀ ਤੇ ਤਨਦੇਹੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰੋ। ਤੇ ਤੀਜੀ ਗੱਲ ਕਹਿੰਦਾ ਸਿੱਖੀ ਹੈ ਕਿ ਸਹੀ ਸਮੇਂ ਸਿਰ, ਜੈਸੇ ਤੁਸੀਂ ਕੰਮ ਸ਼ੁਰੂ ਕੀਤਾ ਹੈ, ਸਹੀ ਸਮੇਂ ਸਿਰ ਕੰਮ ਨੂੰ ਖਤਮ ਵੀ ਕਰੋ, ਔਰ ਉਸ ਤੋਂ ਬਾਅਦ ਆਪਣਾ ਸਮਾਂ ਆਪਣੇ ਪਰਿਵਾਰ ਨੂੰ ਦਿਓ, ਆਪਣੇ ਸੰਬੰਧਾਂ ਨੂੰ ਦਿਓ। ਪਰ ਸਾਡੇ ਜੀਵਨ 'ਚ ਐਸਾ ਕੁਝ ਵੀ ਨਹੀਂ ਹੈ। ਬੰਦੇ 8-8 ਵਜੇ ਤੱਕ, 9-9 ਵਜੇ ਤੱਕ, 10-10 ਵਜੇ ਤੱਕ ਕੰਮ ਕਰ ਰਹੇ ਨੇ। ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਕੰਮ ਵਿੱਚ ਹੀ ਲੰਘ ਜਾਂਦਾ ਹੈ। ਬੱਚੇ ਕਿੱਥੇ ਗਏ, ਪਰਿਵਾਰ ਕਿੱਥੇ ਗਿਆ, ਸੰਬੰਧ ਕਿੱਥੇ ਗਏ, ਰਿਸ਼ਤੇਦਾਰ ਕਿੱਥੇ ਗਏ। ਉਹ ਕਹਿੰਦਾ ਕਿ ਤੁਹਾਡਾ ਜੀਵਨ ਸਮਝੋ ਇੱਕ ਗੇਮ ਦੀ ਤਰ੍ਹਾਂ ਹੈ, ਇੱਕ ਖੇਡ ਦੀ ਤਰ੍ਹਾਂ ਹੈ, ਔਰ ਇਸ ਖੇਡ ਦੇ ਅੰਦਰ ਤੁਹਾਡੇ ਕੋਲ 5 ਗੇਂਦਾਂ ਨੇ, ਔਰ ਉਹਨਾਂ 5 ਗੇਂਦਾਂ ਨੂੰ ਤੁਸੀਂ ਉਛਾਲ ਰਹੇ ਹੋ, ਔਰ ਉਹਨਾਂ 5 ਗੇਂਦਾਂ ਨੂੰ ਤੁਸੀਂ ਬੈਲੈਂਸ ਕਰ ਰਹੇ ਹੋ। ਜੈਸੇ ਤੁਸੀਂ ਦੇਖਿਆ ਹੋਣਾ ਸਰਕਸ ਦੇ ਅੰਦਰ ਜੋਕਰ ਦੇ ਪਾਸ ਕੁਝ ਕੁ ਗੇਂਦਾਂ ਹੁੰਦੀਆਂ ਨੇ, ਕੁਝ ਕੁ ਬਾਲ ਹੁੰਦੀਆਂ ਨੇ। ਉਹ ਕੀ ਕਰਦਾ, ਉੱਪਰ ਸਿੱਟਦਾ ਤੇ ਦੋਨਾਂ ਹੱਥਾਂ ਦੇ ਨਾਲ ਉਹਨਾਂ ਨੂੰ ਬੈਲੈਂਸ ਕਰਦਾ, ਥੱਲੇ ਨਹੀਂ ਡਿੱਗਣ ਦਿੰਦਾ। ਕਹਿੰਦਾ ਇਸੇ ਤਰ੍ਹਾਂ ਤੁਹਾਡੇ ਕੋਲ ਸਮਝੋ 5 ਗੇਂਦਾਂ ਨੇ। ਕਿਹੜੀਆਂ 5 ਗੇਂਦਾਂ ਨੇ? ਕਹਿੰਦਾ ਪਹਿਲੀ ਹੈ ਕਾਰ ਵਿਹਾਰ ਦੀ ਗੇਂਦ, ਕੰਮ। ਦੂਜੀ ਹੈ ਫੈਮਿਲੀ। ਤੀਜੀ ਹੈ ਤੁਹਾਡੀ ਹੈਲਥ, ਤੁਹਾਡੀ ਸਿਹਤ। ਚੌਥੀ ਹੈ ਤੁਹਾਡੇ ਮਿੱਤਰ ਸੱਜਣ, ਤੁਹਾਡੇ ਸੰਬੰਧੀ। ਤੇ ਪੰਜਵੀਂ ਹੈ ਅਧਿਆਤਮ। ਇਹ ਕਹਿੰਦਾ 5 ਗੇਂਦਾਂ ਨੇ। ਹੁਣ ਕਹਿੰਦਾ ਜਦੋਂ ਤੁਸੀਂ ਇਸ ਗੇਮ ਦੇ ਅੰਦਰ ਖੇਡਦੇ ਰਹਿੰਦੇ ਹੋ
ਜ਼ਿੰਦਗੀ ਤੁਹਾਡੀ ਚੱਲਦੀ ਰਹਿੰਦੀ ਹੈ ਤਾਂ ਕੁਝ ਹੀ ਸਾਲਾਂ 'ਚ ਤੁਹਾਨੂੰ ਇਹ ਸਮਝ ਪੈ ਜਾਏਗੀ ਕਿ ਜਿਹੜੀ ਪਹਿਲੀ ਗੇਂਦ ਹੈ ਉਹ ਰਬੜ ਦੀ ਹੈ। ਪਹਿਲੀ ਗੇਂਦ ਕਾਹਦੀ ਹੈ ਜੀ? ਰਬੜ ਦੀ। ਕਹਿੰਦਾ ਜੇ ਕਰੋ ਕਿਤੇ ਛੁੱਟ ਜਾਂਦੀ ਹੈ, ਡਿੱਗ ਪੈਂਦੀ ਹੈ, ਫਰਸ਼ ਤੇ ਡਿੱਗ ਪੈਂਦੀ ਹੈ, ਤੇ ਉਹ ਜੈਸੇ ਡਿੱਗੇਗੀ ਜੋ ਚੁੱਕੀ ਰਬੜ ਦੀ ਹੈ ਉਹ ਫਿਰ ਵਾਪਸ ਤੁਹਾਡੇ ਹੱਥੇ 'ਚ ਆ ਜਾਏਗੀ। ਕੰਮ ਕਹਿੰਦਾ ਗਿਆ ਤੇ ਵਾਪਸ ਆ ਜਾਏਗਾ। ਇੱਕ ਨੌਕਰੀ ਛੁੱਟੀ ਦੂਜੀ ਮਿਲ ਜਾਏਗੀ, ਇੱਕ ਕਾਰ ਵਿਹਾਰ ਛੁੱਟਾ ਦੂਜਾ ਮਿਲ ਜਾਏਗਾ, ਇੱਕ ਬਿਜ਼ਨਸ ਦੇ ਅੰਦਰ ਤੁਹਾਨੂੰ ਨੁਕਸਾਨ ਹੋਇਆ ਉਹਦਾ ਦੂਜਾ ਲਾਭ ਦੇ ਦੇਗਾ। ਪਰ ਕਹਿੰਦਾ ਇਹ ਗੱਲ ਯਾਦ ਰੱਖੋ, ਜਿਹੜੀਆਂ ਦੂਜੀਆਂ 4 ਗੇਂਦਾਂ ਨੇ ਉਹ ਰਬੜ ਦੀਆਂ ਨਹੀਂ ਹੈਗੀਆਂ, ਉਹ ਕੱਚ ਦੀਆਂ ਨੇ। ਜਿਹੜੀਆਂ ਦੂਜੀਆਂ 4 ਗੇਂਦਾਂ ਨੇ ਉਹ ਕੱਚ ਦੀਆਂ ਨੇ। ਉਹਨਾਂ ਚੋਂ ਅਗਰ ਕੋਈ ਗੇਂਦ ਡਿੱਗਦੀ ਹੈ ਫਰਸ਼ ਤੇ, ਤੁਹਾਡਾ ਬੈਲੈਂਸ ਵਿਗੜ ਜਾਂਦਾ, ਤੁਹਾਡੇ ਹੱਥ ਤੋਂ ਛੁੱਟ ਜਾਂਦੀ ਹੈ ਉਹ ਗੇਂਦ, ਤੇ ਉਹ ਕਹਿੰਦਾ ਡਿੱਗਦਿਆਂ ਸਾਰ ਟੁੱਟੇਗੀ। ਅਗਰ ਟੁੱਟਦੀ ਨਹੀਂ ਤਾਂ ਕਰੈਕ ਤੇ ਜ਼ਰੂਰ ਹੋਏਗੀ। ਅਗਰ ਕਰੈਕ ਨਹੀਂ ਹੁੰਦੀ ਤੇ ਉਹਦੇ ਤੇ ਨਿਸ਼ਾਨ ਤੇ ਜ਼ਰੂਰ ਪੈ ਜਾਏਗਾ, ਉਹ ਪਹਿਲਾਂ ਵਾਲੀ ਨਹੀਂ ਰਹਿਣ ਵਾਲੀ। ਕਹਿੰਦਾ ਕਿ ਉਹ ਬੰਦਾ ਬੇਸਮਝ ਹੈ ਜਿਹੜਾ ਆਪਣੇ ਕੰਮ ਧੰਦੇ ਦੇ ਲਈ ਆਪਣੇ ਪਰਿਵਾਰ ਨੂੰ ਛੱਡ ਦਿੰਦਾ ਹੈ। ਬੰਦਾ ਬੇਸਮਝ ਹੈ ਜਿਹੜਾ ਆਪਣੇ ਕਾਰ ਵਿਹਾਰ ਦੇ ਲਈ ਅਧਿਆਤਮ ਤੋਂ, ਧਰਮ ਤੋਂ ਦੂਰ ਚਲੇ ਜਾਂਦਾ ਹੈ। ਉਹ ਬੰਦਾ ਬੇਸਮਝ ਹੈ ਜਿਹੜਾ ਬੰਦਾ ਆਪਣੇ ਮਿੱਤਰਾਂ ਸੱਜਣਾ ਨੂੰ, ਆਪਣੇ ਸੰਬੰਧਾਂ ਨੂੰ ਛੱਡ ਦਿੰਦਾ ਹੈ ਸਿਰਫ ਇਸ ਲਈ ਕਿਉਂਕਿ ਮੇਰੇ ਕੋਲ ਕੰਮ ਹੈ, ਕੰਮ ਹੈ, ਕੰਮ ਹੈ, ਟਾਈਮ ਨਹੀਂ ਹੈਗਾ, ਸਮਾਂ ਨਹੀਂ ਹੈਗਾ, ਕੀ ਕਰੀਏ, ਕੰਮ ਧੰਦੇ ਨੇ। ਕਾਰ ਵਿਹਾਰ, ਕੰਮ ਧੰਦਾ ਤੁਹਾਡੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਹੈ, ਨਾ ਕਿ ਤੁਹਾਡੇ ਜੀਵਨ ਨੂੰ ਦੁਖਾਲਾ ਬਣਾਉਣ ਦੇ। ਰਿਸ਼ਤੇਦਾਰ ਸੰਬੰਧੀ ਛੱਡੋ, ਮਾਂ-ਪਿਓ ਬੁੱਢੇ ਨੇ, ਅਸੀਂ ਛੱਡ ਕੇ ਕੰਮ ਧੰਦੇ ਦੇ ਪਿੱਛੇ ਦੌੜਦੇ ਰਹਿੰਦੇ ਹਾਂ, ਉਹਨਾਂ ਨੂੰ ਭੁਲਾ ਦਿੰਦੇ ਹਾਂ। ਬੱਚੇ ਨੇ ਛੋਟੇ ਛੋਟੇ, ਦੇਖੋ ਇਸ ਤੋਂ ਵੱਡੀ ਬਦਨਸੀਬੀ ਕੀ ਹੋਏਗੀ, ਤੁਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੱਡਿਆਂ ਹੁੰਦਿਆਂ ਦੇਖ ਨਹੀਂ ਪਾ ਰਹੇ। ਉਹ ਵੱਡੇ ਹੋ ਰਹੇ ਨੇ ਪਰ ਤੁਸੀਂ ਉਹਨਾਂ ਨੂੰ ਦੇਖ ਨਹੀਂ ਰਹੇ, ਉਹਨਾਂ ਨਾਲ ਸਮਾਂ ਨਹੀਂ ਬਿਤਾ ਪਾ ਰਹੇ। ਮਾਲਕ ਦੀ ਸਭ ਤੋਂ ਵੱਡਮੁੱਲੀ ਦਾਤ ਹੈ ਤੇ ਤੁਸੀਂ ਉਹਨਾਂ ਨੂੰ ਛੱਡ ਕੇ, ਤੁਹਾਨੂੰ ਲੱਗਦਾ ਹੈ ਕਿ ਮੈਂ ਆਪਣੀ ਫੈਮਿਲੀ ਨੂੰ ਪੈਸਾ ਦੇ ਰਿਹਾ, ਚੰਗਾ ਖਾਣ ਨੂੰ ਦੇ ਰਿਹਾ, ਚੰਗਾ ਪੀਣ ਨੂੰ ਦੇ ਰਿਹਾ, ਨਹੀਂ। ਇਹ ਉਨਾ ਮਾਇਨੇ ਨਹੀਂ ਰੱਖਦਾ ਜਿੰਨਾ ਮਾਇਨਾ ਤੁਹਾਡਾ ਟਾਈਮ ਰੱਖਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਟਾਈਮ ਕਿੰਨਾ ਦੇ ਰਹੇ ਹੋ, ਕਿੰਨਾ ਵਕਤ ਦੇ ਰਹੇ। ਉਹ ਕਹਿੰਦਾ ਕਿ ਜਿਹੜੀ ਰਬੜ ਦੀ ਗੇਂਦ ਹੈ ਉਹਦੇ ਲਈ ਕੱਚ ਦੀਆਂ ਗੇਂਦਾਂ ਗਵਾਓ ਨਾ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਹੁਣ ਪਾਤਸ਼ਾਹ ਕਹਿੰਦੇ ਬਿਨਾਂ ਦੰਦਾਂ ਤੋਂ ਕਿਵੇਂ ਖਾ ਗਈ? ਜੇਕਰ ਸਿਰਫ ਤੁਹਾਡੀ ਦੌੜ ਪਦਾਰਥ ਦੀ ਹੈ, ਜੇਕਰ ਸਿਰਫ ਤੁਹਾਡੀ ਦੌੜ ਮਾਇਆ ਦੀ ਹੈ, ਤਾਂ ਫਿਰ ਇਹੀ ਮਾਇਆ ਤੁਹਾਨੂੰ ਖਾ ਜਾਏਗੀ। ਕਿਵੇਂ ਖਾ ਜਾਏਗੀ? ਕਿਹੜਾ ਢੰਗ ਹੈ ਖਾਣ ਦਾ? ਤੁਹਾਡੇ ਸੰਬੰਧ ਖਾ ਜਾਏਗੀ, ਤੁਹਾਡੀ ਸਿਹਤ ਖਾ ਜਾਏਗੀ, ਤੁਹਾਡੀ ਫੈਮਿਲੀ ਖਾ ਜਾਏਗੀ, ਕਿਉਂਕਿ ਤੁਹਾਨੂੰ ਸਮਾਂ ਹੀ ਨਹੀਂ ਹੈ। ਆਪਣੇ ਬਜ਼ੁਰਗ ਬਾਪੂ ਦੀ ਸੇਵਾ ਕਰਨ ਦਾ ਸਮਾਂ ਹੀ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਘਟਨਾ ਸੁਣੀ ਸੀ। ਇੱਕ ਬਜ਼ੁਰਗ ਬਾਪੂ ਕਹਿ ਰਿਹਾ ਸੀ ਬੜੇ ਮਾਣ ਨਾਲ ਕਿ ਇੱਕ ਬੱਚਾ ਮੇਰਾ ਡਾਕਟਰ ਹੈ, ਇੱਕ ਬੱਚਾ ਮੇਰਾ ਇੰਜੀਨੀਅਰ ਹੈ, ਇੱਕ ਬੱਚਾ ਮੇਰਾ ਵਕੀਲ ਹੈ, ਤੇ ਆਹ ਬੱਚਾ ਜਿਹੜਾ ਮੇਰਾ ਇੱਕ ਕਮਬਖਤ ਨਲਾਇਕ ਹੈ। ਡਾਕਟਰ ਕਿੱਥੇ ਹੈ? ਮਹਾਰਾਸ਼ਟਰ ਹੈ। ਇੰਜੀਨੀਅਰ ਕਿੱਥੇ ਹੈ? ਪੂਨੇ ਹੈ। ਵਕੀਲ ਕਿੱਥੇ ਹੈ? ਦਿੱਲੀ ਹੈ। ਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਉਦੋਂ ਕਹਿੰਦਾ ਕਮਬਖਤ ਹੀ ਲੈ ਕੇ ਜਾਂਦਾ ਹੈ। ਤੁਹਾਡੀ ਸੇਵਾ ਸੰਭਾਲ ਕੌਣ ਕਰਦਾ? ਕਹਿੰਦਾ ਨਕੰਮਾ ਕਰਦਾ ਹੈ। ਤੁਹਾਨੂੰ ਦਵਾਈ ਬੂਟੀ ਕੌਣ ਦਿੰਦਾ ਹੈ? ਇਹ ਨਕੰਮਾ ਦਿੰਦਾ ਹੈ। ਜਿਹੜਾ ਸਭ ਤੋਂ ਚੰਗਾ ਉਹਨੂੰ ਨਕੰਮਾ ਦੱਸਿਆ ਜਾ ਰਿਹਾ ਹੈ, ਤੇ ਜਿਹੜੇ ਨਕੰਮੇ ਨੇ, ਜਿਹੜੇ ਸਾਲ ਬਾਅਦ ਕੋਈ ਆਉਂਦਾ, ਕੋਈ 2 ਸਾਲਾਂ ਬਾਅਦ ਆਉਂਦਾ, ਆ ਕੇ ਬਾਪੂ ਨੂੰ ਵੇਖ ਜਾਂਦਾ, ਬੇਬੇ ਨੂੰ ਵੇਖ ਜਾਂਦਾ, ਇੱਕ ਦਿਨ ਵੀ ਸਮਾਂ ਨਹੀਂ ਹੁੰਦਾ ਬਈ ਬਾਪੂ ਬੇਬੇ ਦੇ ਲਈ ਕੱਢ ਲਈਏ।
ਉਹਨਾਂ ਨੂੰ ਅਸੀਂ ਸਿਆਣੇ ਸਮਝਦੇ ਹਾਂ। ਕਹਿੰਦੇ ਉਹ ਬੜੇ ਸਿਆਣੇ ਨੇ ਕਿਉਂਕਿ ਡਾਕਟਰ ਬਣ ਗਿਆ, ਉਹ ਬੜਾ ਸਿਆਣਾ ਹੈ ਕਿਉਂਕਿ ਉਹ ਇੰਜੀਨੀਅਰ ਬਣ ਗਿਆ। ਦੇਖੋ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਵਕੀਲ ਬਣਨਾ ਮਾੜੀ ਗੱਲ ਨਹੀਂ ਹੈ, ਬਹੁਤ ਚੰਗੀ ਗੱਲ ਹੈ। ਪਰ ਉਹਦੇ ਨਾਲ ਸਾਡੇ ਕੁਝ ਕੁ ਸਮਾਜਿਕ, ਕੁਝ ਕੁ ਪਰਿਵਾਰਿਕ ਫਰਜ਼ ਵੀ ਬਣਦੇ ਨੇ। ਅਗਰ ਉਹਨਾਂ ਨੂੰ ਆਪਾਂ ਨਹੀਂ ਦੇਖ ਪਾਏ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਤੇ ਫਿਰ ਇਹ ਮਾਇਆ ਜਿਹੜੀ ਹੈ ਇਹ ਬਣ ਜਾਏਗੀ ਨਾਗਿਨ। ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ, ਗੁਰਦੇਵ ਜੀ ਦੇ ਬਚਨ ਨੇ, ਪਾਤਸ਼ਾਹ ਕਹਿੰਦੇ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਕਹਿੰਦੇ ਤੁਹਾਨੂੰ ਖਾ ਗਈ ਹੈ, ਤੁਹਾਨੂੰ ਪਤਾ ਹੀ ਨਹੀਂ, ਤੁਹਾਡੇ ਪਰਿਵਾਰ ਨੂੰ ਖਾ ਗਈ ਹੈ, ਤੁਹਾਨੂੰ ਪਤਾ ਹੀ ਨਹੀਂ, ਤੁਹਾਡੇ ਸੰਬੰਧ ਖਾ ਗਈ ਹੈ, ਤੁਹਾਨੂੰ ਪਤਾ ਹੀ ਨਹੀਂ। ਇਹੀ ਹੈ ਗੁਰੂ ਸਾਹਿਬ ਕਹਿੰਦੇ ਮਨਮੁਖ ਖਾਧੇ, ਮਨਮੁਖ ਬੰਦਾ ਖਾਧਾ ਗਿਆ। ਨਾ ਉਹ ਚੰਗਾ ਜਿਉ ਰਿਹਾ, ਨਾ ਚੰਗਾ ਖਾ ਰਿਹਾ, ਨਾ ਚੰਗਾ ਪੀ ਰਿਹਾ, ਨਾ ਪਰਿਵਾਰ ਨੂੰ ਸਮਾਂ ਦੇ ਰਿਹਾ। ਫਿਰ ਉਹ ਕਰ ਕੀ ਰਿਹਾ ਹੈ? ਉਹ ਸਿਰਫ ਦੌੜ ਰਿਹਾ ਹੈ। ਔਰ ਉਹ ਦੌੜ, ਜਿਸ ਦੌੜ ਦੀ ਜਿਹੜੀ ਅਖੀਰ ਹੈ ਉਹ ਹੈ ਕਬਰਾਂ। ਉੱਥੇ ਜਾ ਕੇ ਦੌੜ ਮੁੱਕਦੀ, ਉਸ ਤੋਂ ਪਹਿਲਾਂ ਦੌੜ ਮੁੱਕਦੀ ਨਹੀਂ। ਇਹਦਾ ਇਹ ਅਰਥ ਨਹੀਂ ਹੈ ਕਿ ਜਿਹੜਾ ਅਮੀਰ ਬੰਦਾ ਹੈ ਉਹਦੇ ਕੋਲ ਸਮਾਂ ਨਹੀਂ ਹੈ। ਦੇਖੋ, ਦੁਨੀਆ ਦਾ ਅਮੀਰ ਤਰੀਨ ਬੰਦਾ ਹੈ ਵਾਰਨ ਬਫਟ, ਤੇ ਉਹਦੀ 50ਵੀਂ ਸਾਲਗਿਰਾ ਸੀ ਵਿਆਹ ਦੀ। ਬੜੇ ਅਮੀਰ ਤਰੀਨ ਲੋਕ ਉੱਥੇ ਇਕੱਠੇ ਹੋਏ ਸੀ। ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ। ਸਵਾਲ ਪੁੱਛਿਆ ਗਿਆ ਵੀ ਸਾਨੂੰ ਇਹ ਦੱਸੋ ਵੀ ਆ ਤੁਹਾਡੀ ਹੈਪੀ ਮੈਰਿਡ ਲਾਈਫ ਦਾ ਸੀਕ੍ਰੇਟ ਕੀ ਹੈ, ਕੀ ਰਾਜ ਹੈ, ਕੀ ਰਹੱਸ ਹੈ ਵੀ ਤੁਸੀਂ 50 ਸਾਲ ਇੰਨਾ ਵਧੀਆ ਢੰਗ ਨਾਲ ਜੀਓ। ਤੇ ਵਾਰਨ ਬਫੇ ਕੀ ਕਰ ਲਗਾ, ਮਾਈਕ੍ਰੋਫੋਨ ਜਿਹੜਾ ਸੀ ਜਿਹਦੇ 'ਚ ਉਹਨੇ ਬੋਲਣਾ ਸੀ, ਉਹਨੇ ਸਿੱਧਾ ਸੁੱਧਾ ਕੀਤਾ। ਅਜੇ ਬੋਲਣ ਹੀ ਲੱਗਾ ਸੀ ਤੇ ਉਹਦੀ ਵਾਈਫ ਨੇ ਮਾਈਕ ਖੋਲਿਆ, ਕਹਿਣ ਲੱਗੀ ਮੈਂ ਦੱਸਦੀ ਹਾਂ। ਹੁਣ ਜਦੋਂ ਮਾਈਕ ਖੋਲਿਆ, ਇੰਨੀ ਦੁਨੀਆ ਤੁਹਾਡੇ ਸਾਹਮਣੇ ਬੈਠੀ ਹੋਈ ਹੈ ਔਰ ਤੁਹਾਡੇ ਤੋਂ ਕੋਈ ਮਾਈਕ ਖੋਲ ਹੈ, ਉਹ ਵੀ ਤੁਹਾਡੀ ਵਾਈਫ ਖੋਲ ਹੈ, ਤੇ ਬੰਦੇ ਦਾ ਤੇ ਮਰਨ ਹੋ ਜਾਂਦਾ ਹੈ। ਪਰ ਉਹ ਬੰਦਾ ਐਸਾ ਸੀ, ਉਹਦੇ ਮੱਥੇ ਤੇ ਤਿਉੜੀ ਨਹੀਂ ਪਈ ਇੱਕ ਰਤੀ ਮਾਤਰ ਵੀ। 50% ਤੇ ਇੱਥੋਂ ਹੀ ਪਤਾ ਲੱਗ ਗਿਆ ਬਈ ਉਹਦੀ ਜਿਹੜੀ ਹੈਪੀ ਮੈਰਿਡ ਲਾਈਫ ਹੈ ਉਹ ਕਿਉਂ ਹੈ। ਹੁਣ ਉਹਦੀ ਵਾਈਫ ਨੇ 3 ਗੱਲਾਂ ਕਹੀਆਂ। ਪਹਿਲੀ ਗੱਲ ਉਹਨੇ ਕਹੀ, ਕਹਿੰਦੀ ਹੈ ਕਿ ਜਦੋਂ ਤੋਂ ਸਾਡਾ ਵਿਆਹ ਹੋਇਆ ਨਾ, 50 ਸਾਲ ਹੋ ਗਏ ਨੇ, ਇਹਨਾਂ 50 ਸਾਲਾਂ 'ਚ ਕੋਈ ਵੀ ਸ਼ਾਮ ਐਸੀ ਨਹੀਂ ਜਦੋਂ ਅਸੀਂ ਦੋਨਾਂ ਨੇ, ਸਾਡੇ ਬੱਚਿਆਂ ਨੇ, ਅੱਗੋਂ ਜਦੋਂ ਬੱਚਿਆਂ ਦੇ ਬੱਚੇ ਹੋ ਗਏ ਉਹਨਾਂ ਨੇ ਇਕੱਠਿਆਂ ਬੈਠ ਕੇ ਡਿਨਰ ਨਾ ਕੀਤਾ ਹੋਵੇ। ਸ਼ਾਮ 8 ਵਜੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਇਕੱਠੇ ਬੈਠ ਕੇ ਅਸੀਂ ਸ਼ਾਮ ਦਾ ਪ੍ਰਸ਼ਾਦਾ ਛਕਦੇ ਹਾਂ। ਕਿਤੇ ਬਾਹਰ ਗਏ ਹੋਈ ਉਹ ਵੱਖਰੀ ਗੱਲ ਹੈ, ਨਹੀਂ ਤੇ ਇਹਨਾਂ 50 ਸਾਲਾਂ 'ਚ ਇੱਕ ਵੀ ਦਿਨ ਐਸਾ ਨਹੀਂ ਹੋਏਗਾ ਜਿੱਦਣ ਅਸੀਂ ਇਕੱਠਿਆਂ ਬੈਠ ਕੇ ਖਾਣਾ ਨਹੀਂ ਖਾਧਾ। ਦੂਜੀ ਗੱਲ, ਉਹ ਕਹਿੰਦੀ ਨਾ 50 ਸਾਲਾਂ ਦੇ ਅੰਦਰ ਖਾਣਾ ਖਾਣ ਤੋਂ ਬਾਅਦ ਸ਼ਾਮ ਦਾ ਅਸੀਂ ਦੋਨੋਂ ਮੀਆਂ ਬੀਬੀ ਅੱਧਾ ਘੰਟਾ ਬਾਹਰ ਘੁੰਮਦੇ ਫਿਰਦੇ ਹਾਂ ਤੇ ਗੱਲਾਂ ਕਰਦੇ ਹਾਂ ਆਪਸ 'ਚ, ਘੱਟ ਤੋਂ ਘੱਟ ਅੱਧਾ ਘੰਟਾ। ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਅਸੀਂ ਆਪਣੇ ਜਿਹੜੇ ਪੋਤੇ ਪੋਤੀਆਂ ਨੇ ਉਹਨਾਂ ਨੂੰ ਬੈਠ ਕੇ ਟਿਊਸ਼ਨ ਪੜ੍ਹਾਉਂਦੇ ਹਾਂ। ਇਹ ਗੱਲ ਤੇ ਉਹਦੀ ਸੀ। ਹੁਣ ਵਾਰਨ ਬਫਟ ਨੇ ਕੀ ਕਿਹਾ, ਉਹ ਕਹਿਣ ਲੱਗਾ ਕਿ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ ਮੈਂ ਬਿਜ਼ਨਸਮੈਨ ਹਾਂ, ਤੇ 9 ਤੋਂ 6 ਸ਼ਾਮ ਤੱਕ ਮੈਂ ਇੱਕ ਬਿਜ਼ਨਸਮੈਨ ਹਾਂ, ਔਰ ਸ਼ਾਮ 6 ਤੋਂ ਲੈ ਕੇ 9:30 ਵਜੇ ਤੱਕ ਮੈਂ ਇੱਕ ਫੈਮਿਲੀ ਮੈਨ ਹਾਂ, ਤੇ 9:30 ਤੋਂ 10:30 ਤੱਕ ਮੈਂ ਆਪਣੇ ਆਪ ਦੇ ਲਈ ਸਮਾਂ ਕੱਢਦਾ। ਕਹਿੰਦਾ 6 ਵਜੇ, ਸਹੀ 6 ਵਜੇ ਮੇਰਾ ਮੋਬਾਈਲ ਸਵਿਚ ਆਫ ਹੋ ਜਾਣਾ ਹੈ, ਮੇਰਾ ਪੈਨ ਜਿਹੜਾ ਹੈ ਉਹਨੂੰ ਮੈਂ ਚੱਕ ਕੇ ਪਰੇ ਰੱਖ ਦੇਣਾ ਹੈ। ਸਹੀ 6 ਵਜੇ ਮੋਬਾਈਲ ਨਹੀਂ ਖੁੱਲੇਗਾ। ਆਪਣਾ ਮੋਬਾਈਲ ਕਿੰਨੇ ਵਜੇ ਤੱਕ ਚੱਲਦਾ ਜੀ? ਰਾਤ
10 11 ਨੋਰਮਲ ਹੈ, 12 ਵੀ ਵੱਜ ਜਾਂਦੇ ਨੇ। ਔਰ ਕਈ ਤੇ ਮਹਾਂਪੁਰਸ਼ ਮਹਾਬਲੀ ਯੋਧੇ ਐਸੇ ਵੀ ਨੇ ਜਿਹੜੇ 2-2 ਵਜੇ ਤੱਕ 3-3 ਵਜੇ ਤੱਕ ਆਪਣਾ ਮੋਬਾਈਲ ਤੇ ਚਲੇ ਜਾਂਦੇ ਨੇ। ਅਗਰ ਆਪਾਂ ਇਸ ਗੱਲ ਨੂੰ ਸਮਝ ਲਈਏ ਤੇ 90% ਜਿਹੜੀਆਂ ਸਾਡੇ ਪਰਿਵਾਰ ਦੀਆਂ ਸਮੱਸਿਆਵਾਂ ਨੇ ਮੁੱਕ ਜਾਣਗੀਆਂ। ਕਿਉਂਕਿ ਅਸੀਂ ਸਮਾਂ ਨਹੀਂ ਦੇ ਪਾ ਰਹੇ ਆਪਸ 'ਚ ਇੱਕ ਦੂਜੇ ਨੂੰ। ਪਹਿਲਾ ਕਾਰ ਵਿਹਾਰ, ਕੰਮ ਧੰਦਾ, ਦੂਜਾ ਮੋਬਾਈਲ ਨੇ ਸਾਡੀ ਜਾਨ ਖਾ ਲਈ ਹੈ। ਪੁੱਤਰ ਕੋਲ ਮੋਬਾਈਲ, ਪਿਤਾ ਕੋਲ ਮੋਬਾਈਲ, ਮਾਂ ਕੋਲ ਮੋਬਾਈਲ, ਤਿੰਨੇ ਇੱਕ ਹੀ ਥਾਂ ਤੇ ਬੈਠੇ ਨੇ, ਇੱਕ ਹੀ ਸੋਫੇ ਤੇ ਬੈਠੇ ਹੋਏ ਨੇ, ਪਰ ਤਿੰਨਾਂ 'ਚ ਆਪਸੀ ਕੋਈ ਗੱਲਬਾਤ ਨਹੀਂ ਹੋ ਰਹੀ। ਤਿੰਨੇ ਆਪੋ ਆਪਣੇ ਕੰਮ 'ਚ ਰੁੱਝੇ ਹੋਏ ਨੇ। ਇਹਦਾ ਇਹ ਅਰਥ ਨਹੀਂ ਹੈ ਕਿ ਮੋਬਾਈਲ ਗਲਤ ਹੈ ਜਾਂ ਨੈਟ ਗਲਤ ਹੈ, ਇੰਟਰਨੈਟ ਗਲਤ ਹੈ ਜਾਂ ਸੋਸ਼ਲ ਮੀਡੀਆ ਗਲਤ ਹੈ ਜਾਂ ਜੋ ਵੀ ਚੀਜ਼ਾਂ ਆਪਾਂ ਦੇਖਦੇ ਹਾਂ ਉਹ ਗਲਤ ਨੇ। ਗਲਤ ਉਹ ਨਹੀਂ, ਅਸੀਂ ਗਲਤ ਢੰਗ ਨਾਲ ਵਰਤ ਰਹੇ ਹਾਂ, ਗਲਤ ਤਰੀਕੇ ਨਾਲ ਵਰਤ ਰਹੇ ਹਾਂ। ਅਗਰ ਪਦਾਰਥ ਕਰਕੇ, ਪੈਸੇ ਕਰਕੇ, ਦੌਲਤ ਕਰਕੇ ਤੇ ਜਿਹੜੀਆਂ ਸੁੱਖ ਸੁਵਿਧਾਵਾਂ ਦੀਆਂ ਚੀਜ਼ਾਂ ਨੇ ਉਹਨਾਂ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਪਿੱਛੇ ਕਰ ਦਿੱਤਾ, ਆਪਣੇ ਸੰਬੰਧਾਂ ਨੂੰ ਪਿੱਛੇ ਕਰ ਦਿੱਤਾ, ਤਾਂ ਗੁਰਮੁਖ ਪਿਆਰਿਓ ਅਸੀਂ ਬੇਸਮਝ ਹਾਂ। ਸਾਡੇ ਤੋਂ ਜ਼ਿਆਦਾ ਬੇਸਮਝ ਕੋਈ ਨਹੀਂ ਹੋ ਸਕਦਾ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਬਸ ਆਹੀ ਹੈ। ਇਹਨੂੰ ਹੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਬਹੁਤ ਮੋਹਣੀ ਹੈ। ਮਾਇਆ ਦਾ ਮਮਤਾ ਬੜਾ ਮੋਹਣ ਵਾਲਾ ਹੈ। ਬੰਦੇ ਨੂੰ ਨੇਮ ਫੇਮ ਧਨ ਦੌਲਤ ਸੰਪਦਾ ਨਜ਼ਰੀ ਪੈਂਦੀ ਹੈ, ਹੋਰ ਕੁਝ ਵੀ ਨਜ਼ਰੀ ਨਹੀਂ ਪੈਂਦਾ। ਪਰ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਪਤਾ ਕੀ ਹੈ? ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੈ ਉਹ ਸਮਾਂ ਜੋ ਤੁਸੀਂ ਗੁਜ਼ਾਰਿਆ ਹੈ, ਜੋ ਤੁਹਾਨੂੰ ਪ੍ਰੇਮ ਕਰਦੇ ਨੇ, ਜਿਹਨਾਂ ਨਾਲ ਤੁਸੀਂ ਪ੍ਰੇਮ ਕਰਦੇ ਹੋ, ਭਾਵ ਆਪਣੇ ਪਰਿਵਾਰ 'ਚ ਜਿਹੜਾ ਸਮਾਂ ਤੁਸੀਂ ਗੁਜ਼ਾਰਿਆ। ਪਰ ਸਾਨੂੰ ਮਹੀਨਿਆਂ ਲੰਘ ਜਾਂਦੇ ਨੇ ਆਪਸ 'ਚ ਗੱਲਬਾਤ ਕੀਤਿਆਂ। ਉਹ ਗੱਲਾਂ ਕਾਹਦੀਆਂ ਗੱਲਾਂ ਜਿਹੜੀਆਂ ਕੰਮਕਾਰ ਦੇ ਸੰਬੰਧ 'ਚ ਆਪਾਂ ਕਰਦੇ ਹਾਂ? ਉਹ ਕਾਹਦੀਆਂ ਗੱਲਾਂ ਨੇ ਜਿਹੜੀਆਂ ਵਪਾਰ ਕਾਰੋਬਾਰ ਦੇ ਲਈ ਅਸੀਂ ਆਪਸ 'ਚ ਕਰਦੇ ਹਾਂ? ਤਾਂ ਇੱਕ ਸਮਾਂ ਰੱਖਣਾ ਚਾਹੀਦਾ ਸਾਨੂੰ। ਦੇਖੋ, ਅਗਰ ਲਾਈਫ ਨੂੰ ਆਪਾਂ ਬੈਲੈਂਸ ਰੱਖਣਾ ਚਾਹੁੰਦੇ ਹਾਂ, ਸਹੀ ਢੰਗ ਨਾਲ ਜੁਗਤੀ ਚਾਹੀਦੀ ਹੈ, ਤਰੀਕਾ ਚਾਹੀਦਾ ਹੈ, ਤਾਂ ਸਾਨੂੰ ਇਹ ਗੱਲ ਸਮਝਣੀ ਪਏਗੀ ਕਿ ਕੰਮ ਜਿਹੜਾ ਹੈ ਰਬੜ ਦੀ ਬੋਲ ਹੈ। ਕੋਈ ਗੱਲ ਨਹੀਂ, ਗਿਆ ਆ ਜਾਏਗਾ। ਪਰ ਜਿਹੜੇ ਸਾਡੇ ਦੂਜੇ, ਸਾਡੀ ਹੈਲਥ ਹੈ, ਸਾਡੀ ਸਿਹਤ ਹੈ, ਸਾਡੀ ਫੈਮਿਲੀ ਹੈ, ਸਾਡਾ ਪਰਿਵਾਰ ਹੈ, ਸਾਡੇ ਮਿੱਤਰ ਨੇ, ਤੇ ਅਧਿਆਤਮ ਦਾ ਪੱਖ ਜਿਹੜਾ ਹੈ ਇਹ ਕੱਚ ਦੀ ਬੋਲ ਦੀ ਤਰ੍ਹਾਂ ਹੈ। ਇਹ ਥੱਲੇ ਡਿੱਗੀ, ਤੁਹਾਡੇ ਹੱਥੋਂ ਛੁੱਟੀ ਤੇ ਗਈ। ਤੋ ਕੰਮਕਾਰ ਜਿੱਥੇ ਕਰਨਾ ਹੈ, ਕਿਰਤ ਜਿੱਥੇ ਕਰਨੀ ਹੈ ਦਸਾਂ ਨਵਾਂ ਦੀ, ਉੱਥੇ ਗੁਰਮੁਖ ਪਿਆਰਿਓ ਸਾਨੂੰ ਇਸ ਗੱਲ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸਮਾਂ ਕੱਢੀਏ। ਅੰਮ੍ਰਿਤ ਵੇਲਾ ਗੁਰੂ ਕਾ ਸਿੱਖ ਜਿਹੜਾ ਹੈ ਉਹ ਸੰਭਾਲੇ। ਉਹ ਸਾਡੇ ਦਿਨ ਦੀ ਸ਼ੁਰੂਆਤ ਹੀ ਬੜੇ ਪਿਆਰੇ ਢੰਗ ਨਾਲ ਹੁੰਦੀ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਔਰ ਸਾਨੂੰ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੈ, ਉਠ ਹਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਮ। ਦਿਨ ਦੀ ਸ਼ੁਰੂਆਤ ਰੱਬ ਦੀ ਇਬਾਦਤ, ਪਰਮਾਤਮਾ ਦੀ ਬੰਦਗੀ, ਨਿਤਨੇਮ, ਉਸ ਤੋਂ ਬਾਅਦ ਆਪਣਾ ਕਾਰ ਵਿਹਾਰ ਕਰੋ, ਫਿਰ ਪਰਿਵਾਰ ਦੇ ਲਈ ਸਮਾਂ ਕੱਢੋ। ਇੱਕ ਨਿਸ਼ਚਿਤ ਸਮਾਂ ਬਣਾਓ ਵੀ ਬਸ ਇੰਨੇ ਵਜੇ ਤੱਕ ਮੈਂ ਕੰਮ ਕਰਨਾ, ਉਸ ਤੋਂ ਬਾਅਦ ਮੇਰਾ ਪਰਿਵਾਰ। ਤੇ ਤੁਹਾਡੀਆਂ 90% ਘਰ ਦੀਆਂ ਸਮੱਸਿਆਵਾਂ, ਝਗੜੇ, ਕਲਾ ਕਲੇਸ਼ ਇਹ ਆਪਣੇ ਆਪ ਖਤਮ ਹੋ ਜਾਣਗੇ। ਇੱਕ ਦੂਜੇ ਨੂੰ ਸਮਾਂ ਦੇਣਾ ਸ਼ੁਰੂ ਕਰ ਦਿਓ ਬਸ। ਦੇਖੋ, ਜਿਹੜੇ ਸਾਡੇ ਸੰਬੰਧ ਨੇ ਨਾ ਉਹ ਫਿੱਕੇ ਕਿਵੇਂ ਪੈਂਦੇ ਨੇ। ਮੁਸਤਾਕੇ ਲਈ ਮੁਆਫੀ, ਅਸੀਂ ਆਪਣਾ ਘਰ ਛੱਡ ਕੇ ਦੂਜੇ ਘਰ ਵੱਲ ਕਿਉਂ ਝਾਕਦੇ ਹਾਂ? ਕਿਉਂਕਿ ਜਿਹੜੀ ਚੀਜ਼ ਸਾਨੂੰ ਆਪਣੇ ਘਰ 'ਚ ਨਹੀਂ ਮਿਲਦੀ ਵੀ ਉਹ ਬਾਹਰੋਂ ਮਿਲਦੀ ਹੈ, ਇਸੇ ਕਰਕੇ ਅਸੀਂ ਉੱਧਰ ਦੌੜ ਜਾਂਦੇ ਹਾਂ। ਤਾਂ ਜੇਕਰ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਰਹੇ,
वक्त नहीं दे रहा है, तो फिर परेशानी ਵਧਣੀ है, घटनी नहीं, होर ज्यादा ਵਧेगी। और विकराल रूप भी कई बार धारण कर लेंदी है। इसे करके घर टुट जाते हैं, रिश्ते टुट जाते हैं, संबंध टुट जाते हैं। और कई काम कार बस काम धंधा कारोबार जरूरी है, संबंध जरूरी नहीं है। एक दूजे नूं समा देना परिवार दे अंदर ये बड़ा जरूरी है। अद्धा पौना घंटा घंटा तुसीं आपस च बैठ के गल करो, तुहाडे संबंध होर ज़्यादा गूढ़े हो जाणगे। क्योंकि देखो संबंधां च रंग तुसीं भरना है ते संबंधां नूं फिक्कियां भी तुसीं करना है। जिन्ने फिक्के हुंदे जाणगे उन्ने बेसवादले हो जाणगे, ते जिन्ने रंग भरोगे उन्ने ज़्यादा स्वादले, उन्ने ज़्यादा आनंदमई, उन्ने ज़्यादा सुखमई हो जाणगे। अगर तुसीं घरों सुखी हो तो स्वर्ग है। अगर तुहाडे आपसी संबंध ठीक ने परिवार नाल ते तुसीं स्वर्ग विच जी रहे हो। अगर तुहाडे आपसी संबंध नहीं ठीक है, दुनिया का सारा सुख क्यों नहीं तुहाडे कोल, दुनिया के सारे पदार्थ क्यों नहीं तुहाडे कोल, तुसीं नरकीय जीवन बतीत कर रहे हो। तो इसे करके गुरमुख प्यारिओ समझना है, अपने जीवन को सहज च लैके आउणा है। माया ममता मोहनी जिन बिन दंता जग खाया, मनमुख खाधे गुरमुख उबरे जिन्नी सच नाम चित लाया। किवें बचा होएगा गुरु दा शब्द, गुरु दी टेक, गुरु दा सहारा। गुरु सानू जुगती बख्शदा है, जिउण दी ढंग बख्शदा है जिउण दा। और जो तुहाडे कोल जुगत होएगी तो तुहाडा जीवन आनंदमई बन जाएगा, सुखमई बन जाएगा, तुहाडे कोल समा होएगा।